ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਮੂਲ ਮੰਤਰ ਦੀ ਸ਼ਕਤੀ ਜਿਹੜੀ ਕਥਨ ਤੋਂ ਬਾਹਰ ਹੈ, ਇਸ ਦੇ ਅੱਗੇ ਇੱਕ ਤੰਤਰ ਕਿਵੇਂ ਆਪਣੀ ਵਿਦਿਆ ਜਿਹੜੀ ਆ ਉਹ ਪੂਰੀ ਤਰ੍ਹਾਂ ਹਾਰ ਗਿਆ ਉਸ ਗੁਰਸਿੱਖ ਦੇ ਅੱਗੇ। ਜਿਹੜਾ ਗੁਰਸਿੱਖ ਜਿਹੜਾ ਮੂਲ ਮੰਤਰ ਦਾ ਜਾਪ ਜਿਹੜਾ ਸੀਗਾ ਆਪਣੀ ਰਸਨਾ 'ਤੇ ਸਦਾ ਕਰਦਾ ਰਹਿੰਦਾ ਸੀਗਾ, ਸੋ ਉਹ ਜਿਹੜਾ ਤਾਂਤਰਿਕ ਸੀ ਜਦੋਂ ਹਾਰਿਆ ਹੈਗਾ, ਉਹ ਕਿਵੇਂ ਅੰਮ੍ਰਿਤ ਛਕ ਕੇ ਫਿਰ ਸਿੰਘ ਸਜਿਆ। ਇਸ ਦੀ ਇੱਕ ਵਿਚਾਰ ਜੋ ਘਟਨਾ ਦੇ ਰੂਪ ਦੇ ਵਿੱਚ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਇੱਕ ਹੈ ਨਾ ਸੈਯਦ ਪ੍ਰਤੀਪਾਲ ਸਿੰਘ ਜੀ ਹੋਏ ਆ। ਜਿਹੜੇ ਸੈਯਦ ਪ੍ਰਤੀਪਾਲ ਸਿੰਘ ਹੋਏ ਆ, ਇਹ ਪਹਿਲਾਂ ਮੁਸਲਮਾਨ ਸੀਗੇ। ਇਹਨਾਂ ਨੇ ਆਪਣੇ ਜੀਵਨ ਦੀ ਬੜੀ ਇੱਕ ਅਹਿਮ ਘਟਨਾ ਜਿਹੜੀ ਹੈ ਉਹ ਸਾਰੇ ਸਿੱਖ ਜਗਤ ਦੇ ਨਾਲ, ਸੰਸਾਰ ਨਾਲ ਸਾਂਝੀ ਕੀਤੀ ਕਿ ਉਹ ਮੁਸਲਮਾਨ ਹੋ ਕੇ ਕਿਵੇਂ ਇੱਕ ਐਸੀ ਘਟਨਾ ਤੋਂ ਇੰਨੇ ਪ੍ਰਭਾਵਿਤ ਹੋਏ ਸੀ ਕਿ ਜਿਸ ਕਰਕੇ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗ ਗਿਆ ਸੀਗਾ। ਸੋ ਉਹ ਦੱਸਦੇ ਸੀ ਕਿ ਜਦੋਂ ਮੈਂ ਹੈ ਨਾ ਛੋਟਾ ਹੁੰਦਾ ਸੀਗਾ ਅਤੇ ਸਾਡੇ ਜਿਹੜਾ ਇਲਾਕੇ ਦਾ ਰਾਜਾ ਸੀਗਾ, ਉਸ ਰਾਜੇ ਨੇ ਜਿੱਥੇ ਆਪਣੇ ਦਰਬਾਰ ਦੇ ਵਿੱਚ ਵਜ਼ੀਰ ਜਿਹੜੇ ਸੀਗੇ ਉਹ ਰੱਖੇ ਹੁੰਦੇ ਸੀਗੇ, ਨੌਕਰ ਚਾਕਰ ਲਓ ਲਸ਼ਕਰ ਸਾਰਾ ਕੁਛ ਰੱਖਿਆ ਹੁੰਦਾ ਸੀ। ਅਤੇ ਇੱਕ ਕਹਿੰਦੇ ਮੇਰੇ ਪਿਤਾ ਜੀ ਜਿਹੜੇ ਸੀ ਉਸ ਰਾਜੇ ਦੇ ਨੌਕਰੀ ਕਰਦੇ ਹੁੰਦੇ ਸੀ। ਸੋ ਉਹ ਜਿਹੜੀ ਨੌਕਰੀ ਸੀ ਰਾਜੇ ਦੀ, ਉਹ ਸੀਗੀ ਆ ਮੰਤਰ ਰਾਜ ਦੀ ਨੌਕਰੀ। ਦੇਖੋ, ਮੰਤਰੀ ਤਾਂ ਸੁਣਿਆ ਹੈਗਾ, ਬਾਕੀ ਚੀਜ਼ਾਂ ਵੀ ਆਪਾਂ ਦੇਖਦੇ ਸੁਣਦੇ ਹਾਂ, ਪਰ ਜਿਹੜੇ ਪੁਰਾਤਨ ਰਾਜੇ ਹੁੰਦੇ ਸੀਗੇ ਉਹ ਆਪਣੇ ਰਾਜ ਦੇ ਵਿੱਚ ਜਿੱਥੇ ਵਿਸ਼ ਕੰਨਿਆ ਨੂੰ ਪਾਲਦੇ ਹੁੰਦੇ ਸੀਗੇ, ਉੱਥੇ ਇੱਕ ਵਿਅਕਤੀ ਜਿਹੜਾ ਤੰਤਰ ਵਿੱਦਿਆ ਦਾ ਬਹੁਤ ਮਾਹਰ ਹੁੰਦਾ ਸੀ, ਉਹਨੂੰ ਇੱਕ ਉਪਾਧੀ ਦਿੰਦੇ ਸੀ। ਉਹ ਜਿਹੜੀ ਉਪਾਧੀ ਹੁੰਦੀ ਸੀਗੀ ਉਹ ਉਸ ਰਾਜੇ ਦੀ ਨੌਕਰੀ ਹੁੰਦੀ ਸੀ। ਉਹ ਜਿਹੜੀ ਉਪਾਧੀ ਸੀ ਅਤੇ ਉਹ ਜਿਹੜਾ ਤੰਤਰਕ ਹੁੰਦਾ ਸੀਗਾ, ਜਦੋਂ ਉਹ ਬਹੁਤ ਸਾਰੇ ਮੰਤਰਾਂ ਦੇ ਵਿੱਚ ਇੰਨੀ ਸ਼ਕਤੀ ਇਕੱਠੀ ਕਰ ਲੈਂਦਾ ਸੀਗਾ, ਫਿਰ ਉਹਨੂੰ ਮੰਤਰੀ ਰਾਜ ਦਾ ਪਦ ਦੇ ਨਾਲ ਜਿਹੜਾ ਸੀ ਰਾਜਾ ਨਵਾਜਦਾ ਸੀਗਾ ਅਤੇ ਆਪਣੇ ਰਾਜ ਦਰਬਾਰ ਦੀ ਸ਼ੋਭਾ ਬਣਾਉਂਦਾ ਸੀਗਾ, ਅਤੇ ਉਹਨੂੰ ਸਰਕਾਰੀ ਜਿੰਨੇ ਵੀ ਜਿਹੜੀ ਤਨਖਾਹਾਂ ਜਾਂ ਹੋਰ ਸਾਰੀਆਂ ਸਹੂਲਤਾਂ ਜਿਹੜੀਆਂ ਸੀਗੀਆਂ ਦਿੱਤੀਆਂ ਜਾਂਦੀਆਂ ਸੀ। ਜਾਣੀ ਕਿ ਉਹ ਰਾਜੇ ਦਾ ਖਾਸ ਆਦਮੀ ਹੁੰਦਾ ਸੀਗਾ, ਅਤੇ ਜਿਹੜਾ ਰਾਜਾ ਹੁੰਦਾ ਸੀ ਉਹਨੂੰ ਉਸ ਮੌਕੇ ਵਰਤਦਾ ਹੁੰਦਾ ਸੀਗਾ ਜਦੋਂ ਦੇਖ ਲੈਂਦਾ ਸੀਗਾ ਕਿ ਉਹਦੇ ਜਦੋਂ ਸਾਰੇ ਯਤਨ ਫੇਲ ਹੋ ਗਏ, ਉਸ ਤੋਂ ਬਾਅਦ ਉਹ ਤੰਤਰਿਕ ਵਿੱਦਿਆ ਦੇ ਬਲ ਦੇ ਨਾਲ ਹੈ ਨਾ ਦੂਸਰੇ ਦੇ ਉੱਤੇ ਆਪਣਾ ਜਿਹੜਾ ਸੀਗਾ ਉਹ ਹਮਲਾ ਕਰਦਾ ਸੀਗਾ। ਇਸੇ ਤਰ੍ਹਾਂ ਇਹਦੇ ਰਾਜ ਦੇ ਵਿੱਚ ਕੀ ਸੀਗਾ ਕਿ ਇਹ ਰਾਜੇ 'ਚ ਗੁਣਤਾ ਸੀਗੇ, ਕਿਉਂ ਵਧੀਆ ਕੁਸ਼ਲ ਰਾਜ ਕਰਦਾ ਸੀਗਾ, ਪਰ ਇੱਕ ਇਹਦੇ ਵਿੱਚ ਦੋਸ਼ ਸੀ ਇਸ ਰਾਜੇ ਦੇ ਵਿੱਚ। ਕਿਉਂਕਿ ਸੈਯਦ ਪ੍ਰਤੀਪਾਲ ਸਿੰਘ ਜੀ ਦੱਸਦੇ ਆ ਕਿ ਇਸ ਰਾਜੇ ਦੇ ਵਿੱਚ ਦੋਸ਼ ਇਹ ਹੁੰਦਾ ਸੀਗਾ ਕਿ ਇਹ ਕਿਸੇ ਵੀ ਦੂਸਰੇ ਵਿਅਕਤੀ ਨੂੰ ਔਰ ਖ਼ਾਸ ਕਰਕੇ ਕੋਈ ਦੂਸਰੇ ਧਰਮ ਦੇ ਆਦਮੀ ਨੂੰ ਆਪਣੇ ਤੋਂ ਵੱਧ ਸਤਿਕਾਰ ਦੀ ਨਜ਼ਰ ਦੇ ਨਾਲ ਦੇਖ ਨਹੀਂ ਸੀ ਸਕਦਾ ਹੁੰਦਾ। ਕਹਿੰਦੇ ਇਹਦੇ ਰਾਜ ਦੇ ਵਿੱਚ ਇੱਕ ਗੁਰੂ ਦਾ ਸਿੰਘ ਰਹਿੰਦਾ ਹੁੰਦਾ ਸੀਗਾ। ਉਹ ਜਿਹੜਾ ਸਿੰਘ ਸੀ ਹੈ ਨਾ, ਬੜੀ ਚੜ੍ਹਦੀ ਕਲਾ ਵਾਲਾ ਸਿੰਘ ਸੀਗਾ। ਸੋ ਉਹ ਸਿੰਘ ਜਦੋਂ ਕਿਤੇ ਘੋੜੇ ਦੇ ਉੱਤੋਂ ਦੀ ਲੰਘਦਾ ਹੁੰਦਾ ਸੀਗਾ ਅਤੇ ਆਲੇ ਦੁਆਲੇ ਜਿੰਨੇ ਵੀ ਜਿਹੜੇ ਇਲਾਕੇ ਦੇ ਪਠਾਨ ਜਾਂ ਮੁਸਲਿਮ ਲੋਕੀ ਸੀਗੇ ਉਹਨੂੰ ਅੱਡੀਆਂ ਚੱਕ ਦੇਖਦੇ ਹੁੰਦੇ ਸੀ। ਉਸ ਸਿੰਘ ਦੀ ਅਸੀਂ ਚੜ੍ਹਦੀ ਕਲਾ ਸੀ, ਕਿਉਂ ਉਹਨੇ ਆਪਣਾ ਜਿਹੜਾ ਜੀਵਨ ਸੀਗਾ ਨਾ ਉਹ ਕਲਗੀਧਰ ਮਹਾਰਾਜ ਦੇ ਜਿਹੜੀਆਂ ਰਹਿਤ ਮਰਜ਼ਾਦਾ ਸੀਗੀਆਂ ਉਹਨੂੰ ਪੂਰਾ ਸਮਰਪਿਤ ਕੀਤਾ ਹੁੰਦਾ ਸੀਗਾ। ਕਹਿੰਦੇ ਫਿਰ ਉਹ ਜਦੋਂ ਲੰਘਦਾ ਹੁੰਦਾ ਸੀਗਾ ਲੋਕੀ ਉਹਦੇ ਵੱਲ ਬੜੀ ਸਤਿਕਾਰ ਦੀ ਨਜ਼ਰ ਦੇ ਨਾਲ ਤੱਕਦੇ ਹੁੰਦੇ ਸੀ। ਜਿੱਥੋਂ ਵੀ ਉਹਨੇ ਘੋੜੇ ਤੋਂ ਜਾਣਾ ਮੁਸਕਰਾਉਂਦੇ ਨਹੀਂ ਜਾਣਾ, ਅਤੇ ਸਾਰੇ ਲੋਕੀ ਉਹਨੂੰ ਬੜੇ ਸਤਿਕਾਰ ਦੇ ਨਾਲ। ਅਤੇ ਦੂਸਰਾ ਗੱਲ ਇਹ ਸੀਗਾ ਕਿ ਉਹਦਾ ਜਿਹੜਾ ਚਿੰਨ੍ਹ ਚੱਕਰ ਸੀ ਸਰੀਰ ਦਾ, ਸਰੀਰ ਬੜਾ ਉੱਚਾ ਲੰਮਾ ਜਵਾਨ ਸਡੌਲ ਸੀਗਾ। ਵਾਹਿਗੁਰੂ ਨੇ ਉਹਨੂੰ ਜਿਹੜੀ ਸੁੰਦਰਤਾ ਸੀ ਵੀ ਉਹ ਵੀ ਰੱਜ ਕੇ ਦਿੱਤੀ ਸੀ। ਉਹ ਜਿੱਥੋਂ ਦੀ ਲੰਘਦਾ ਸੀਗਾ ਆਮ ਲੋਕਾਂ ਦੀ ਤੱਕਣੀ ਜਿਹੜੀ ਸੀਗੀ ਹੈ ਨਾ ਉਹਦੇ ਉੱਤੇ ਜਿਹੜੀ ਕੇਂਦਰਿਤ ਹੋ ਜਾਂਦੀ ਸੀ। ਜਿਵੇਂ ਉਹ ਕਹਿ ਲਓ ਜਿਵੇਂ ਚਕੋਰਾਂ ਪੂਰਨਮਾਸ਼ੀ ਦੇ ਟਾਈਮ ਚੰਦ ਨੂੰ ਦੇਖਦੀਆਂ, ਇਸੇ ਤਰ੍ਹਾਂ ਜਿੱਥੋਂ ਦੀ ਲੰਘਦਾ ਸੀਗਾ ਲੋਕੀ ਜਿਹੜੇ ਸੀਗੇ ਉਹ ਸਿੰਘ ਨੂੰ ਤੱਕਦੇ ਹੁੰਦੇ ਸੀ। ਕਹਿੰਦੇ ਇਹ ਜਿਹੜੀ ਖਬਰ ਸੀ ਹੈ ਨਾ ਉਸ ਸਿੰਘ ਦੀ ਲੋਕਪ੍ਰਿਆ ਉਸ ਰਾਜ 'ਚ ਇੰਨੀ ਸੀਗੀ ਕਿ ਜਿਹੜਾ ਰਾਜਾ ਸੀਗਾ ਹੈ ਨਾ ਉਹ ਇਸ ਲੋਕਪ੍ਰਿਆ ਨੂੰ ਹਾਜ਼ਮ ਨਹੀਂ ਕਰ ਸਕਿਆ, ਕਿਉਂਕਿ ਉਹ ਤੋਂ ਇੱਕ ਦੂਸਰੇ ਧਰਮ ਦੇ ਜਿਹੜੇ ਕਰਤਾ ਧਰਤਾ ਹੁੰਦੇ ਆ ਉਹਨਾਂ ਦੀ ਐਡੀ ਲੋਕਪ੍ਰਿਆ ਉਹਦੇ ਰਾਜ ਦੇ ਵਿੱਚ ਹੋ ਜਾਣੀ, ਇਹ ਉਹਦੇ ਤੋਂ ਜਰ ਨਾ ਹੋਈ। ਉਹਨੇ ਮਨ 'ਚ ਸੋਚਿਆ ਵੀ ਹੋਵੇ ਨਾ ਹੋਵੇ ਹੈ ਨਾ ਕਿ ਇਹਦੀ ਜਿਹੜੀ ਲੋਕਪ੍ਰਿਅਤਾ ਕਿਸੇ ਤਰ੍ਹਾਂ ਘੱਟ ਹੋਵੇ। ਇਹ ਜਿਹੜੀ ਵਿਚਾਰ ਸੀ ਉੱਥੇ ਦੇ ਰਾਜੇ ਦੇ ਮਨ ਦੇ ਵਿੱਚ ਚੱਲਦੀ ਰਹਿੰਦੀ ਸੀ। ਇੱਕ ਵਾਰ ਕਹਿੰਦੇ ਕੀ ਹੋਇਆ, ਕੋਈ ਐਸਾ ਜਿਹੜਾ ਸਬਬ ਬਣਿਆ, ਉਹ ਰਾਜਾ ਜਿਹੜਾ ਸੀਗਾ ਆਪਣੇ ਹਾਥੀਆਂ 'ਤੇ ਲਓ ਲਸ਼ਕਰ ਦੇ ਨਾਲ ਸਵਾਰ ਹੋ ਕੇ ਹੈ ਨਾ ਇੱਕ ਸਵਾਰੀ ਦੇ ਰੂਪ ਦੇ ਵਿੱਚ ਬਾਹਰ ਨਿਕਲਿਆ। ਜਦ ਬਾਹਰ ਨਿਕਲਿਆ ਤਾਂ ਬਹੁਤ ਸਾਰੇ ਜਿਹੜੇ ਲੋਕੀ ਸੀਗੇ ਰਾਜੇ ਦੇ ਸਵਾਗਤ ਦੇ ਵਾਸਤੇ ਜਦ ਜਿਹੜੇ ਸੀ ਹੱਥਾਂ 'ਚ ਫੁੱਲ ਅਤੇ ਮਾਲਾ ਲੈ ਕੇ ਖੜ੍ਹੇ ਹੋਏ ਸੀ। ਅਤੇ ਉਹ ਜਦੋਂ ਰਾਜਾ ਜਿਹੜਾ ਸੀ ਉਹ ਹਾਥੀ ਦੇ ਉੱਤੇ ਸਵਾਰ ਹੋ ਕੇ ਲੰਘ ਰਿਹਾ ਸੀ, ਕੁਦਰਤੀ ਗੱਲ ਐਸੀ ਇਹ ਸਿੰਘ ਕੁਦਰਤੀ ਉਸ ਰਸਤੇ ਥਾਣੀ ਲੰਘ ਰਿਹਾ ਸੀਗਾ, ਸਾਹਮਣੇ ਆ ਗਿਆ ਰਾਜੇ ਦੇ।
ਜਦ ਰਾਜੇ ਦੇ ਸਾਹਮਣੇ ਆ ਗਿਆ ਤੇ ਇਧਰੋਂ ਰਾਜਾ ਤਾਂ ਹਾਥੀ ਤੇ ਸਵਾਰ ਸੀਗਾ, ਬੜੀ ਸ਼ਾਨੋ ਸ਼ੌਕਤ ਦੇ ਨਾਲ ਬੈਂਡ ਬਾਜਿਆਂ ਨਾਲ ਜਾ ਰਿਹਾ ਸੀਗਾ, ਤੇ ਇਹ ਜਿਹੜਾ ਸਿੰਘ ਸੀਗਾ ਘੋੜੇ ਤੇ ਸਵਾਰ ਹੋ ਕੇ ਆਪਣੀ ਜਿਹੜੀ ਸੀ ਮਸਤਾਨੀ ਚਾਲ ਚੜ੍ਹਦੀ ਕਲਾ ਦੇ ਰੂਪ ਵਿੱਚ ਜਦ ਉੱਥੋਂ ਦੀ ਗੁਜ਼ਰਿਆ, ਤੇ ਜਿੰਨੇ ਵੀ ਉੱਥੇ ਦੇ ਰਹਿਣ ਵਾਲੇ ਲੋਕੀ ਰਾਜੇ ਦਾ ਸਵਾਗਤ ਕਰ ਰਹੇ ਸੀ, ਸਾਰਿਆਂ ਦਾ ਜਿਹੜਾ ਧਿਆਨ ਸੀਗਾ ਉਹ ਸਿੰਘ ਦੇ ਵੱਲ ਖਿੱਚਿਆ ਗਿਆ। ਗੱਲ ਕੀ ਆ, ਲੋਕੀ ਰਾਜੇ ਦੇ ਸਵਾਰੀ ਨੂੰ ਭੁੱਲ ਗਏ ਤੇ ਉਹ ਸਿੰਘ ਨੂੰ ਹਨਾ ਜਾਣੀ ਕਿ ਇਸ ਤਰ੍ਹਾਂ ਦੇਖਣ ਲੱਗ ਪਏ ਜਿਵੇਂ ਚਕੋਰਾਂ ਚੰਦਰਮਾ ਨੂੰ ਦੇਖਦੇ ਆ। ਇਹ ਜਦ ਰਾਜੇ ਨੇ ਅੱਖੀਂ ਦੇਖਿਆ, ਮਨ 'ਚ ਸੋਚਿਆ ਵੀ ਮੈਂ ਸੁਣਿਆ ਸੀਗਾ ਸਿੰਘ ਦੀ ਲੋਕਪ੍ਰਿਯਤਾ ਬੜੀ ਆ, ਪਰ ਅੱਜ ਸਬੱਬ ਦੇ ਨਾਲ ਮੈਨੂੰ ਇਹ ਸਿੰਘ ਦੇ ਜਿਹੜੇ ਆ ਉਹ ਦਰਸ਼ਨ ਨਸੀਬ ਹੋ ਗਏ ਆ। ਪਰ ਹੈਰਾਨੀ ਦੀ ਗੱਲ ਹੈ ਕਿ ਮੈਂ ਇੱਥੇ ਦਾ ਰਾਜਾ ਹੈਗਾ, ਮੇਰੀਆਂ ਨੌਕਰ ਚਾਕਰ ਲਓ ਲਸ਼ਕਰ ਫੌਜਾਂ ਪੈਸੇ ਦੀ ਕੋਈ ਕਮੀ ਨਹੀਂ, ਮੈਂ ਸਾਰੀਆਂ ਜਿਹੜੀਆਂ ਸਹੂਲਤਾਂ ਪਬਲਿਕ ਨੂੰ ਦੇ ਛੱਡੀਆਂ, ਪਰ ਲੋਕੀ ਜਿਹੜਾ ਹੈਗਾ ਨਾ ਉਹ ਮੈਨੂੰ ਦੇਖਣ ਦੀ ਬਜਾਏ ਇਹ ਸਿੰਘ ਨੂੰ ਅੱਡੀਆਂ ਚੱਕ ਚੱਕ ਦੇਖਦੇ ਆ। ਇਹ ਜਿਹੜੀ ਗੱਲ ਸੀ ਨਾ ਰਾਜੇ ਕੋਈ ਜਰੀ ਨਹੀਂ ਗਈ, ਨੇ ਮਨ 'ਚ ਮਨ ਸੋਚਿਆ ਵੀ ਇਹਦਾ ਤਾਂ ਕੋਈ ਨਾ ਕੋਈ ਜਿਹੜਾ ਨਾ ਹੱਲ ਮੈਨੂੰ ਕਰਨਾ ਹੀ ਪੈਣਾ ਹੈਗਾ, ਕਿਉਂ ਰਾਜੇ ਕੋਲ ਦੂਸਰੇ ਦੀ ਜਿਹੜੀ ਪ੍ਰਸ਼ੰਸਾ ਸੀਗੀ, ਉਸਤਤੀ ਸੀਗੀ, ਵਡਿਆਈ ਸੀ, ਉਹ ਝੱਲ ਨਾ ਹੋਈ। ਰਾਜੇ ਨੇ ਕੀ ਕੀਤਾ, ਜਦ ਉਹ ਜਿਹੜੀ ਸਵਾਰੀ ਦਾ ਪ੍ਰੋਗਰਾਮ ਖਤਮ ਹੋਇਆ, ਆਪਣੇ ਰਾਜ ਮਹਿਲ ਦੇ ਵਿੱਚ ਗਿਆ, ਉਹਨੇ ਆਪਣੇ ਜਿੰਨੇ ਵੀ ਜਿਹੜੇ ਵਜ਼ੀਰ ਸੀਗੇ, ਅਮੀਰ ਵਜ਼ੀਰ ਸਾਰੇ ਇਕੱਠੇ ਕੀਤੇ, ਉਹਨਾਂ ਨੂੰ ਹੁਣ ਉਹ ਸਿੰਘ ਦੇ ਬਾਰੇ ਪੁੱਛਿਆ ਵੀ ਜਿਹੜਾ ਸਿੰਘ ਮੇਰੀ ਸਵਾਰੀ ਦੇ ਟਾਈਮ ਲੰਘਿਆ ਸੀਗਾ, ਉਹਦੀ ਲੋਕਪ੍ਰਿਯਤਾ ਮੈਂ ਅੱਖੀਂ ਦੇਖ ਲਈ ਆ, ਪਰ ਮੈਂ ਉਹਦੀ ਲੋਕਪ੍ਰਿਯਤਾ ਨੂੰ ਅੰਦਰ ਹਾਜ਼ਮ ਨਹੀਂ ਕਰ ਸਕਦਾ, ਝੱਲ ਨਹੀਂ ਸਕਦਾ, ਇਸ ਕਰਕੇ ਮੈਂ ਚਾਹੁੰਦਾ ਹੈਗਾ ਕਿ ਉਹ ਜਿਹੜਾ ਸਿੰਘ ਵਾ ਉਹਦੀ ਲੋਕਪ੍ਰਿਯਤਾ ਉੱਦਾਂ ਨਹੀਂ ਘਟਣੀ, ਬਸ ਉਹਦਾ ਇੱਕੋ ਇੱਕ ਕਾਰਨ ਆ ਕਿ ਮੈਂ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਨਾ ਮੌਤ ਦੇ ਘਾਟ ਉਤਾਰ ਦਿਆਂ। ਜਦ ਇੰਨੀ ਗੱਲ ਰਾਜੇ ਨੇ ਆਪਣੇ ਦਿਲ ਦੀ ਜਿਹੜੀ ਸੀ ਆਪਣੇ ਖਾਸ ਮੰਤਰੀਆਂ ਨਾਲ, ਅਮੀਰਾਂ ਵਜ਼ੀਰਾਂ ਸਾਰਿਆਂ ਨਾਲ ਸਾਂਝੀ ਕੀਤੀ, ਤੇ ਫਿਰ ਸਾਰਿਆਂ ਨੇ ਰਾਜੇ ਨੇ ਦੀ ਇਹ ਗੱਲ ਸੋਚ ਕੇ ਸੁਣ ਕੇ ਚੁੱਪੀ ਧਾਰ ਲਈ। ਉਸ ਤੋਂ ਬਾਅਦ ਸਾਰਿਆਂ ਨੇ ਸਲਾਹ ਕੀਤੀ ਵੀ ਰਾਜਾ ਅਗਰ ਤੇਰੇ ਮਨ ਦੀ ਇੱਛਾ ਹੈਗੀ ਆ, ਕਿਉਂਕਿ ਤੂੰ ਸਾਡੇ ਜਿਹੜਾ ਹੈ ਉਸ ਇਲਾਕੇ ਦਾ ਰਾਜਾ ਹੈਗਾ, ਤੇਰੀ ਇੱਛਾ ਅਗਰ ਜਿਸ ਤਰ੍ਹਾਂ ਤੂੰ ਚਾਹੁੰਦਾ ਅਗਰ ਇਸ ਤਰ੍ਹਾਂ ਪੂਰੀ ਹੋ ਜਾਵੇ, ਤਾਂ ਇਹ ਜਿਹੜੇ ਲੋਕੀ ਆ ਜਿਨ੍ਹਾਂ ਦੀ ਬਹੁਤ ਗਿਣਤੀ ਉਹ ਸਿੰਘ ਨੂੰ ਜ਼ਿਆਦਾ ਪਿਆਰ ਕਰਦੀ ਆ, ਉਹ ਸਾਰੇ ਤੇਰੇ ਵਿਰੁੱਧ ਖੜੀ ਹੋ ਜਾਊਗੀ ਅਤੇ ਰਾਜ ਦੇ ਵਿੱਚ ਬਗਾਵਤ ਹੋਣ ਦਾ ਖਤਰਾ ਬਣ ਜਾਊਗਾ। ਅਗਰ ਅਸੀਂ ਸਿੱਧੇ ਤੌਰ 'ਤੇ ਉਸ ਸਿੰਘ ਦਾ ਜਿਹੜਾ ਹੈਗਾ ਉਸ ਦਾ ਕਤਲ ਕਰ ਦਿੱਤਾ। ਜਦ ਇਹ ਗੱਲ ਹੋਈ ਤਾਂ ਰਾਜਾ ਜਿਹੜਾ ਸੀ ਸੁਣ ਕੇ ਚੁੱਪ ਕਰ ਗਿਆ। ਫਿਰ ਮੰਤਰੀਆਂ ਵਜ਼ੀਰਾਂ ਨੇ ਇਹ ਸੋਚਿਆ ਕਿ ਫਿਰ ਰਾਜੇ ਦਾ ਜਿਹੜਾ ਹੁਕਮ ਹੈਗਾ ਕਿ ਸਿੰਘ ਨੂੰ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ, ਇਹਦੇ ਵਾਸਤੇ ਕੋਈ ਨਵੀਂ ਚਾਲ ਚੱਲੀ ਜਾਵੇ। ਫਿਰ ਸੈਯਦ ਪ੍ਰਤੀਪਾਲ ਸਿੰਘ ਦੱਸਦੇ ਆ ਕਿ ਮੇਰੇ ਪਿਤਾ ਜਿਹੜੇ ਸੀਗੇ ਉਸ ਰਾਜੇ ਦੇ ਰਾਜ ਦੇ ਵਿੱਚ ਮੰਤਰੀ ਰਾਜ ਦੇ ਜਿਹੜੇ ਸੀਗੇ ਅਹੁਦੇ 'ਤੇ ਕੰਮ ਕਰਦੇ ਸੀਗੇ। ਫਿਰ ਵਜ਼ੀਰਾਂ ਨੇ ਸਲਾਹ ਕੀਤੀ ਕਿ ਤੇਰੇ ਜਿਹੜੇ ਰਾਜ ਦੇ ਵਿੱਚ ਮੰਤਰੀ ਅਹੁਦੇ 'ਤੇ ਜਿਹੜਾ ਇੱਕ ਸੱਜਣ ਕੰਮ ਕਰਦਾ ਹੈ, ਉਹ ਕਦ ਕੰਮ ਆਏਗਾ? ਤੂੰ ਕਿਉਂ ਨਾ ਹੋਵੇ ਕਿ ਐਡਾ ਵੱਡਾ ਤੇਰੇ ਪਾਸ ਤੰਤਰਿਕ ਹੈਗਾ, ਤੂੰ ਇਸ ਤੰਤਰ ਵਿੱਦਿਆ ਦੀ ਸਹਾਇਤਾ ਦੇ ਨਾਲ ਉਸ ਸਿੰਘ ਨੂੰ ਖਤਮ ਕਰ ਸਕਦਾ ਹੈਗਾ। ਜਦ ਇਹ ਗੱਲ ਹੋਈ ਤਾਂ ਫਿਰ ਦੇਖੋ ਰਾਜੇ ਨੂੰ ਇਹ ਗੱਲ ਜਿਹੜੀ ਸੀ ਬੜੀ ਵਧੀਆ ਲੱਗੀ। ਭਾਵ ਕੀ ਆ ਕਿ ਜਿਹੜੀ ਮੰਤਰੀਆਂ ਨੇ ਜੁਗਤ ਦਿੱਤੀ, ਇਸ ਢੰਗ ਨਾਲ ਦਿੱਤੀ ਵੀ ਸੱਪ ਵੀ ਮਰ ਜਾਊਗਾ ਅਤੇ ਡਾਂਗ ਵੀ ਨਾ ਟੁੱਟੂਗੀ। ਸੋ ਰਾਜੇ ਨੇ ਸੋਚਿਆ ਵੀ ਗੱਲ ਤਾਂ ਠੀਕ ਹੈ, ਮੈਨੂੰ ਹੁਣ ਤੰਤਰ ਵਿੱਦਿਆ ਦਾ ਸਹਾਰਾ ਲੈਣਾ ਪੈਣਾ। ਅਤੇ ਸੈਯਦ ਪ੍ਰਤੀਪਾਲ ਸਿੰਘ ਜੀ ਦੱਸਦੇ ਸੀਗੇ ਕਿ ਉਸ ਰਾਜੇ ਨੇ ਮੇਰੇ ਪਿਤਾ ਨੂੰ ਜਿਹੜਾ ਸੀ ਆਪਣੇ ਮਹਿਲ ਦੇ ਵਿੱਚ ਬੁਲਾਇਆ ਅਤੇ ਮੇਰੇ ਪਿਤਾ ਦੇ ਨਾਲ ਸਾਰੀ ਗੱਲ ਜਿਹੜੀ ਸੀ ਉਹ ਰਾਜੇ ਨੇ ਜਿਹੜੀ ਸਾਂਝੀ ਕੀਤੀ ਕਿ ਤੂੰ ਇਸ ਤਰ੍ਹਾਂ ਕਰ, ਕੋਈ ਐਸੀ ਜਿਹੜੀ ਕੋਈ ਤੰਤਰਿਕ ਵਿੱਦਿਆ ਦੀ ਕਲਾ ਜਿਹੜੀ ਵਰਤਾ ਕਿ ਉਹ ਜਿਹੜਾ ਸਿੰਘ ਉਹ ਐਡਾ ਲੋਕਪ੍ਰਿਯ ਮੇਰੇ ਰਾਜ 'ਚ ਤੁਰਾ ਫਿਰਦਾ ਘੋੜੇ ਦੇ ਉੱਤੇ, ਉਹਦੀ ਕਿਸੇ ਤਰ੍ਹਾਂ ਮੌਤ ਜਿਹੜੀ ਆ ਉਹ ਹੋ ਜਾਵੇ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਸਾਡੇ ਪਿਤਾ ਜਿਹੜੇ ਅਣਜਾਣ ਸੀਗੇ, ਕਿਉਂਕਿ ਜਿਹਦੇ ਕੋਲ ਤੰਤਰਿਕ ਵਿੱਦਿਆ ਹੋਵੇ ਇਹੋ ਤੇ ਖਾਸ ਕਰਕੇ ਰਾਜ ਦਾ ਜਿਹੜਾ ਰਾਜ ਪਦਵੀ ਉਹਦੇ ਕੋਲ ਮਿਲੀ ਹੋਵੇ ਅਤੇ ਉਹ ਆਪਣੇ ਆਪ ਨੂੰ ਸਮਰਾਟ ਤੰਤਰਿਕ ਜਿਹੜਾ ਸੀਗਾ ਸਮਝਦਾ ਸੀ। ਕਹਿੰਦੇ ਮੇਰੇ ਪਿਤਾ ਜੀ ਕਹਿੰਦੇ ਇਹ ਤਾਂ ਰਾਜਾ ਬੜੀ ਮਾਮੂਲੀ ਗੱਲ ਹੈ, ਬਸ ਤੂੰ ਇਸ ਤਰ੍ਹਾਂ ਕਰ, ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਕੱਲ੍ਹ ਹੀ ਤੈਨੂੰ ਸੁਨੇਹਾ ਆ ਜਾਊਗਾ ਕਿ ਉਸ ਸਿੱਖ ਦੀ ਮੌਤ ਹੋ ਗਈ ਆ। ਕਹਿੰਦੇ ਜਦ ਇੰਨੀ ਗੱਲ ਹੋਈ ਰਾਜਾ ਬੜਾ ਖੁਸ਼ ਹੋ ਗਿਆ ਅਤੇ ਕਹਿੰਦੇ ਸਾਡੇ ਪਿਤਾ ਜੀ ਸੈਯਦ ਪ੍ਰਤੀਪਾਲ ਸਿੰਘ ਜੀ ਕਹਿੰਦੇ ਘਰ ਆ ਗਏ। ਕਹਿੰਦੇ ਜਦ ਘਰ ਆਏ ਅਤੇ ਘਰ ਆ ਕੇ ਉਹਨਾਂ ਨੇ ਰਾਜੇ ਨੂੰ ਜਿਹੜੇ ਕਿ ਇਹ ਗੱਲ ਕਹਿ ਤੀ ਕਿ ਮੈਂ ਤੈਨੂੰ ਇੱਕ ਫਲ ਮੰਤਰ ਕੇ ਦਊਂਗਾ, ਇਹ ਜਿਹੜਾ ਮੰਤਰਿਆ ਫਲ ਤੂੰ ਕਿਸੇ ਵੀ ਤਰ੍ਹਾਂ ਉਸ ਸਿੰਘ ਨੂੰ ਜਿਹੜਾ ਹੈਗਾ ਉਹ ਖਿਲਾ ਦੇਂ, ਬਸ ਜਿਉਂ ਹੀ ਫਲ ਖਾਊਗਾ ਉਸ ਸਿੰਘ ਦੀ ਮੌਤ ਹੋ ਜਾਊਗੀ। ਅਤੇ ਸੈਯਦ ਪ੍ਰਤੀਪਾਲ ਸਿੰਘ ਜੀ ਕਹਿੰਦੇ ਸੀ, ਕਹਿੰਦੇ ਬਈ ਉਹ ਜਿਹੜਾ ਫਲ ਸੀਗਾ, ਕਹਿੰਦੇ ਸਾਡੇ ਪਿਤਾ ਜੀ ਨੇ ਘਰ ਆ ਕੇ ਕਹਿੰਦੇ ਆਪਣੇ ਜਦ ਉਹਨੇ ਉੱਤੇ ਮੰਤਰ ਪੜ੍ਹਨੇ ਸ਼ੁਰੂ ਕੀਤੇ ਅਤੇ ਕਹਿੰਦੇ ਉਹ ਸਾਡੇ ਪਿਤਾ ਜੀ ਨੇ ਅੱਧਾ ਪੌਣਾ ਘੰਟਾ ਜਿਹੜਾ ਸੀ ਕਹਿੰਦੇ ਉਸ ਫਲ ਦੇ ਉੱਤੇ ਹੱਥ 'ਤੇ ਰੱਖ ਕੇ ਮੰਤਰ ਪੜ੍ਹਿਆ। ਜਦ ਮੰਤਰ ਪੜ੍ਹਿਆ ਕਹਿੰਦੇ ਮੰਤਰ ਪੜ੍ਹਨ ਤੋਂ ਬਾਅਦ ਸਾਡੇ ਪਿਤਾ ਜੀ ਦੁਬਾਰਾ ਫਿਰ ਰਾਜ 'ਚ ਚਲੇ ਗਏ। ਰਾਜੇ ਨੂੰ ਕਹਿਣ ਲੱਗੇ ਕਿ ਆਹ ਮੰਤਰਿਆ ਹੋਇਆ ਫਲ ਹੈਗਾ ਇਹ ਏਡਾ ਵਿਨਾਸ਼ਕਾਰੀ ਹੈਗਾ ਕਿ ਤੁਸੀਂ ਉਸ ਸਿੰਘ ਨੂੰ ਕਿਸੇ ਵੀ ਤਰੀਕੇ ਨਾਲ ਖਿਲਾ ਦਿਓ ਅਤੇ ਉਹਦੀ ਜਿਹੜੀ ਮੌਤ ਯਕੀਨਨ ਹੈਗੀ ਆ।
ਫਿਰ ਦੇਖੋ ਮੰਤਰੀਆਂ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਇਸ ਤਰ੍ਹਾਂ ਕਰਦੇ ਆਪਾਂ ਉਸ ਸਿੰਘ ਨੂੰ ਹੈ ਨਾ ਛੜ ਦੇ ਨਾਲ ਮਾਰਦੇ ਹਾਂ, ਤੁਸੀਂ ਇਸ ਤਰ੍ਹਾਂ ਕਰੋ, ਆਪਾਂ ਕੋਈ ਦਾਵਤ ਜਿਹੜੀ ਹੈ ਨਾ ਉਹ ਸਿੰਘ ਦੇ ਅੱਗੇ ਜਿਹੜੀ ਆ ਉਹ ਰੱਖੀਏ ਕਿ ਤੈਨੂੰ ਜਿਹੜੀ ਹੈਗਾ ਰਾਜੇ ਨੇ ਬੁਲਾਇਆ ਹੈਗਾ, ਤਾਂ ਉਹਨੇ ਰਾਜੇ ਨੇ ਤੇਰੇ ਵਾਸਤੇ ਹੈ ਨਾ ਤੇਰੀ ਲੋਕਪ੍ਰਿਯ ਦੇ ਸਦਕੇ ਤੈਨੂੰ ਪ੍ਰੀਤੀ ਭੋਜਨ ਛਕਾਉਣਾ ਹੈਗਾ। ਦੇਖੋ ਇਹ ਜਿਹੀ ਚਾਲ ਕਰਕੇ ਤੇ ਜਿਹੜਾ ਰਾਜਾ ਸੀਗਾ ਕਹਿੰਦੇ ਉਹਨੇ ਸੁਨੇਹਾ ਉਸ ਸਿੰਘ ਨੂੰ ਭੇਜ ਦਿੱਤਾ। ਜਦ ਸਿਪਾਹੀ ਰਾਜੇ ਦੇ ਗਏ ਉਹਨੂੰ ਸੁਨੇਹਾ ਦਿੱਤਾ ਵੀ ਤੈਨੂੰ ਰਾਜੇ ਨੇ ਯਾਦ ਕੀਤਾ। ਉਹਨੇ ਕਿਹਾ ਕਿ ਮੇਰੇ ਦਰਬਾਰ ਦੇ ਵਿੱਚ ਆ ਕੇ ਜਿਹੜਾ ਅਸੀਂ ਤੈਨੂੰ ਭੋਜਨ ਛਕਾਉਣਾ, ਤੇਰੀ ਲੋਕਪ੍ਰਿਯ ਤੋਂ ਮੈਂ ਇੰਨਾ ਖੁਸ਼ ਹੈਗਾ। ਦੇਖੋ ਉਹ ਜਿਹੜਾ ਸਿੰਘ ਸੀਗਾ ਉਹ ਰਾਜੇ ਦੇ ਦਰਬਾਰ 'ਚ ਚਲੇ ਗਿਆ। ਜਦ ਦਰਬਾਰ 'ਚ ਗਿਆ ਤੇ ਰਾਜੇ ਨੇ ਕੀ ਕੀਤਾ, ਆਪਣੇ ਕਮਰੇ ਦੇ ਵਿੱਚ ਜਿਹੜਾ ਨਾਟਕੀ ਢੰਗ ਦੇ ਨਾਲ ਭੋਜਨ ਬਣਾਇਆ ਸੀ ਸਾਰਾ ਹੀ ਰੱਖ ਦਿੱਤਾ। ਰੱਖ ਕੇ ਜਦ ਰਾਜੇ ਦਾ ਪਰਿਵਾਰ ਤੇ ਉਹ ਸਿੰਘ ਜਿਹੜੇ ਸੀ ਕੁਰਸੀ 'ਤੇ ਬੈਠ ਕੇ ਭੋਜਨ ਛਕਣ ਲੱਗੇ, ਤੇ ਰਾਜੇ ਨੇ ਕੀ ਕੀਤਾ, ਬੜੇ ਪ੍ਰੀਤ ਦੇ ਨਾਲ ਜਿਹੜਾ ਮੰਤਰ ਹੈ ਉਹ ਫਲ ਸੀਗਾ ਉਸ ਤੰਤਰਿਕ ਦੇ ਦੁਆਰਾ ਉਹ ਸਿੰਘ ਦੇ ਮੂਹਰੇ ਰੱਖ ਦਿੱਤਾ ਪਲੇਟ 'ਚ ਪਾ ਕੇ, ਤੇ ਹੱਥ ਨਾਲ ਕਹਿਣ ਲੱਗੇ ਕਿ ਤੁਸੀਂ ਇਹਨੂੰ ਜ਼ਰੂਰ ਛਕੋ। ਦੇਖੋ ਹੁਣ ਸਿੰਘ ਨੇ ਮਨ 'ਚ ਸੋਚਿਆ ਵੀ ਇਹ ਰਾਜਾ ਹੈਗਾ ਸਾਡੇ ਰਾਜ ਦਾ, ਤੇ ਬੜੇ ਪਿਆਰ ਦੇ ਨਾਲ ਇਹ ਫਲ ਮੈਨੂੰ ਪੇਸ਼ ਕਰ ਰਿਹਾ ਹੈਗਾ, ਚਲੋ ਛਕ ਲੈਂਦੇ ਹਾਂ। ਦੇਖੋ ਸਿੰਘ ਨੇ ਕੀ ਕੀਤਾ, ਜਿਹੜਾ ਫਲ ਸੀਗਾ ਨਾ ਮੰਤਰਿਆ ਤੰਤਰਿਕ ਦਾ ਉਹ ਜਿਹੜਾ ਸੀਗਾ ਉਹ ਛਕ ਲਿਆ। ਜਦ ਛਕ ਲਿਆ ਤੇ ਰਾਜਾ ਅੰਦਰੋਂ ਖੁਸ਼ ਹੋ ਗਿਆ ਵੀ ਅੱਜ ਰਾਤ ਨੂੰ ਇਹ ਸਿੰਘ ਜਿਹੜਾ ਹੈ ਨਾ ਅਵਾਸ਼ੇ ਦੀ ਮੌਤ ਹੋ ਜਾਊਗੀ, ਇਹਦਾ ਜਿਹੜਾ ਭੋਗ ਆ ਉਹ ਪੈ ਜਾਊਗਾ। ਯਾਨੀ ਇਸ ਤਰ੍ਹਾਂ ਦੇ ਵਿਚਾਰ ਰਾਜਾ ਮਨ 'ਚ ਸੋਚਦਾ ਰਿਹਾ। ਜਦ ਦਿਨ ਚੜ੍ਹਿਆ ਰਾਜੇ ਨੇ ਆਪਣੇ ਜਿਹੜੇ ਸੀ ਉਹ ਸਿਪਾਹੀ ਬੰਦੇ ਭੇਜੇ ਵੀ ਤੁਸੀਂ ਜਾ ਕੇ ਪਤਾ ਕਰੋ ਵੀ ਜਿਹੜਾ ਸਿੰਘ ਰਾਤੀ ਇੱਥੇ ਆਪਣੇ ਕੋਲ ਭੋਜਨ ਛਕ ਕੇ ਗਿਆ ਸੀਗਾ ਉਹ ਜਾਣੀ ਉਹ ਇਸ ਸੰਸਾਰ ਤੋਂ ਅਲਵਿਦਾ ਕਰ ਗਿਆ ਜਾਂ ਨਹੀਂ ਕਰ ਗਿਆ। ਜਦ ਰਾਜੇ ਦੇ ਬੰਦੇ ਉਹ ਸਿੰਘ ਦੇ ਪਾਸ ਗਏ ਤੇ ਉਹਨੇ ਕੀ ਦੇਖਿਆ ਵੀ ਉਹ ਸਿੰਘ ਤਾਂ ਜਿਹੜਾ ਸੀ ਫੇਰ ਘੋੜੇ 'ਤੇ ਚੜ੍ਹਿਆ ਜਿਹੜਾ ਸੀਗਾ ਇੱਕ ਪਾਸੇ ਜਾਣ ਦਿਆ ਸੀਗਾ। ਉਹ ਜਦ ਉਹਨੇ ਇਹ ਦੇਖਿਆ ਵੀ ਇਹ ਤਾਂ ਜਿੰਦਾ ਹੈਗਾ ਤਾਂ ਮਰਿਆ ਹੀ ਨਹੀਂ, ਸਾਡੀ ਚਾਲ ਸਾਰੀ ਜਿਹੜੀ ਉਹ ਫੇਲ ਹੋ ਗਈ। ਉਹਦੇ ਜਿਹੜੇ ਮੰਤਰੀ ਸੀ ਨੌਕਰ ਸੀ ਜਿਹੜੇ ਸਿੰਘ ਨੂੰ ਦੇਖਣ ਗਏ ਸੀ ਉਹ ਹੱਕੇ ਬੱਕੇ ਹੋ ਗਏ। ਉਹ ਦੁਬਾਰਾ ਨੱਠ ਕੇ ਰਾਜੇ ਦੇ ਪਾਸ ਆਏ, ਉਹਨੂੰ ਕਹਿਣ ਲੱਗੇ ਕਿ ਉਹ ਜਿਹੜਾ ਰਾਤੀ ਫਲ ਦਿੱਤਾ ਸੀਗਾ ਉਹਦਾ ਤਾਂ ਉਹਦੇ ਨਾਲ ਕੁਝ ਬਣਿਆ ਨਹੀਂ, ਅਸੀਂ ਸਵੇਰੇ ਫੇਰ ਉਹਨੂੰ ਘੋੜੇ ਦੇ ਉੱਤੇ ਜਿਹੜਾ ਸੀਗਾ ਉਹ ਹੱਸਦਾ ਜਿਹੜਾ ਸੀ ਜਾਂਦੇ ਦੇਖਿਆ ਹੈਗਾ। ਇੰਨੀ ਗੱਲ ਹੋਈ ਰਾਜਾ ਵੀ ਹੈਰਾਨ ਹੋ ਗਿਆ। ਰਾਜੇ ਨੇ ਉਸੇ ਟਾਈਮ ਸਿਪਾਹੀ ਭੇਜੇ ਤੇ ਸੈਯਦ ਪ੍ਰਤੀਪਾਲ ਸਿੰਘ ਜੀ ਕਹਿੰਦੇ ਸਾਡੇ ਪਿਤਾ ਜੀ ਨੂੰ ਨਾ ਰਾਜੇ ਨੇ ਬੁਲਾ ਲਿਆ। ਜਦ ਬੁਲਾਇਆ ਤੇ ਰਾਜੇ ਨੇ ਕਿਹਾ ਵੀ ਤੂੰ ਮੰਤਰ ਕੇ ਫਲ ਦਿੱਤਾ ਸੀ, ਤੂੰ ਕਹਿੰਦਾ ਸੀਗਾ ਵੀ ਇਹਦੇ ਖਾਣ ਦੇ ਨਾਲ ਹੀ ਜਿਹੜਾ ਹੈ ਨਾ ਉਹ ਸਿੰਘ ਦੀ ਮੌਤ ਹੋ ਜੂਗੀ, ਇਹ ਤਾਂ ਕੰਮ ਜਿਹੜਾ ਹੈਗਾ ਕੋਈ ਖਾਸ ਵੱਡਾ ਨਹੀਂ ਹੈ, ਤਾਂ ਮਾਮੂਲੀ ਕੰਮ, ਪਰ ਮੈਂ ਤਾਂ ਉਹਨੂੰ ਫਲ ਖਿਲਾਤਾ ਹੈਗਾ, ਪਰ ਉਹ ਤਾਂ ਜਿਹੜਾ ਹੈ ਨਾ ਉਹ ਬੜਾ ਸੋਹਣਾ ਜੀਂਦਾ ਹੈਗਾ, ਬੜਾ ਸੋਹਣਾ ਇਸੇ ਮੌਜ ਦੇ ਵਿੱਚ ਘੋੜੇ ਦੇ ਉੱਤੇ ਇਲਾਕੇ 'ਚ ਤੁਰਾ ਫਿਰਦਾ ਹੈਗਾ। ਜਦ ਇੰਨੀ ਗੱਲ ਹੋਈ ਆ ਤੇ ਸੈਯਦ ਪ੍ਰਤੀਪਾਲ ਸਿੰਘ ਕਹਿੰਦੇ ਸਾਡੇ ਪਿਤਾ ਜੀ ਹੈਰਾਨ ਹੋ ਗਏ, ਮਨ 'ਚ ਸੋਚਣ ਲੱਗੇ ਵੀ ਮੇਰਾ ਜਿਹੜਾ ਵੀ ਤੰਤਰਿਕ ਵਿੱਦਿਆ ਦਾ ਕੋਈ ਵੀ ਜਿਹੜਾ ਹੈਗਾ ਪ੍ਰੋਗਰਾਮ ਜਾਂ ਯੋਜਨਾ ਹੈਗੀ ਉਹ ਕਦੀ ਅਸਫਲ ਨਹੀਂ ਗਈ, ਇਹ ਕਿਵੇਂ ਹੋ ਗਿਆ ਕਿ ਮੇਰਾ ਮੰਤਰਿਆ ਦਿੱਤਾ ਫਲ ਉਹ ਸਿੰਘ ਖਾ ਜਾਵੇ ਤਾਂ ਉਹਦੀ ਜਿਹੜੀ ਮੌਤ ਨਾ ਹੋਵੇ। ਖੈਰ ਰਾਜੇ ਨੇ ਉਹਨੂੰ ਕਿਹਾ ਹੈਗਾ ਕਿ ਤੂੰ ਸੋਚ ਲੈ, ਮੈਂ ਤੈਨੂੰ ਆਪਣੇ ਰਾਜ ਮੰਤਰੀ ਦੇ ਪਦ ਦੇ ਅਹੁਦੇ ਉੱਤੇ ਰੱਖਿਆ ਹੈ, ਤੈਨੂੰ ਮੈਂ ਤਨਖਾਹਾਂ ਭੱਤੇ ਸਾਰੀਆਂ ਸਰਕਾਰੀ ਜਿੰਨੀਆਂ ਸਹੂਲਤਾਂ ਹੈ ਤੈਨੂੰ ਪਹਿਲ ਦੇ ਆਧਾਰ 'ਤੇ ਦਿੰਦਾ, ਤੇ ਇਸ ਕਰਕੇ ਅਗਰ ਤੂੰ ਆਪਣੇ ਮਿਸ਼ਨ 'ਚ ਨਾ ਕਾਮਯਾਬ ਹੋਇਆ ਹੈ ਨਾ ਤਾਂ ਫਿਰ ਤੂੰ ਦੇਖੀ ਕਿ ਮੈਂ ਤੇਰਾ ਕੀ ਹਾਲ ਕਰਦਾ। ਜਦ ਰਾਜੇ ਨੇ ਉਹਨੂੰ ਥੋੜ੍ਹਾ ਜਿਹਾ ਡਰਾਇਆ ਧਮਕਾਇਆ ਸੈਯਦ ਪ੍ਰਤੀਪਾਲ ਸਿੰਘ ਜੀ ਕਹਿੰਦੇ ਸਾਡੇ ਪਿਤਾ ਜੀ ਨੂੰ, ਤੇ ਫਿਰ ਕਹਿੰਦੇ ਸਾਡੇ ਪਿਤਾ ਜੀ ਰਾਜੇ ਨੂੰ ਕਹਿਣ ਲੱਗੇ, ਕਹਿੰਦਾ ਵੀ ਰਾਜਾ ਤੂੰ ਫਿਕਰ ਨਾ ਕਰ, ਇਸ ਵਾਰੀ ਤਾਂ ਉਹ ਬਚ ਗਿਆ ਪਰ ਅਗਲੀ ਵਾਰੀ ਨਹੀਂ ਬਚੂਗਾ। ਕਹਿੰਦੇ ਸਾਡੇ ਪਿਤਾ ਜੀ ਨੇ ਕੀ ਕੀਤਾ ਹੈਗਾ, ਫਿਰ ਇੱਕ ਫਲ ਲਿਆ, ਕਹਿੰਦੇ ਸਾਰੀ ਰਾਤ ਖੜ੍ਹ ਕੇ ਉਸ ਫਲ ਦੇ ਉੱਤੇ 5-6 ਘੰਟੇ ਕਹਿੰਦੇ ਆਪਣੇ ਜਿਹੜੇ ਸੀ ਉਹ ਮੰਤਰ ਤੰਤਰ ਵਿੱਦਿਆ ਪੜ੍ਹੀ। ਉਸ ਤੋਂ ਬਾਅਦ ਕਹਿੰਦੇ ਸਾਡੇ ਪਿਤਾ ਜੀ ਫਲ ਰਾਜੇ ਨੂੰ ਦੇ ਗਏ ਕਿ ਆਹ ਜਿਹੜਾ ਫਲ ਵਾ ਤੁਸੀਂ ਹੈ ਨਾ ਉਸ ਸਿੰਘ ਨੂੰ ਖਿਲਾ ਦਿਓ। ਕਹਿੰਦੇ ਰਾਜੇ ਨੇ ਫਿਰ ਉਹੀ ਯੋਜਨਾ ਜਿਹੜੀ ਪੁਰਾਣੀ, ਉਹ ਸਿੰਘ ਨੂੰ ਦਾਵਤ 'ਤੇ ਸੱਦਿਆ, ਦਾਵਤ 'ਤੇ ਸੱਦ ਕੇ ਪ੍ਰੀਤੀ ਭੋਜਨ ਦੇ ਬਹਾਨੇ ਉਹਨੂੰ ਫਿਰ ਫਲ ਖਿਲਾਤਾ। ਜਦ ਫਲ ਖਿਲਾਤਾ ਤਾਂ ਫਿਰ ਜਦ ਦਿਨ ਚੜ੍ਹਿਆ ਰਾਜੇ ਨੇ ਫਿਰ ਆਪਣੇ ਬੰਦੇ ਭੇਜੇ ਵੀ ਦੇਖੋ ਉਹ ਸਿੰਘ ਜਿਹੜਾ ਰਾਤ ਦਾ ਪੂਰਾ ਹੋ ਗਿਆ ਹੈ, ਉਹਦੀ ਮੌਤ ਹੋਈ ਕਿ ਨਹੀਂ ਹੋਈ। ਜਦ ਉਹਦੇ ਬੰਦੇ ਦੁਬਾਰਾ ਗਏ ਉਹ ਪਹਿਲੇ ਦੀ ਤਰ੍ਹਾਂ ਹੀ ਫਿਰ ਨਹੀਂ ਦੇਖਿਆ, ਉਹ ਤਾਂ ਬੜਾ ਸੋਹਣਾ ਘੋੜੇ 'ਤੇ ਤੁਰਾ ਫਿਰਦਾ ਹੈਗਾ, ਉਹਦੀ ਮੌਤ ਹੀ ਨਹੀਂ ਹੋਈ। ਉਹ ਤਾਂ ਬੜਾ ਸੋਹਣਾ ਮੁਸਕਰਾਉਂਦਾ ਜਿਹੜਾ ਹੈਗਾ ਉੱਥੋਂ ਦੀ ਜਿਹੜਾ ਜਿੱਥੋਂ ਦੀ ਲੰਘਦਾ ਉੱਥੋਂ ਦੁਨੀਆ ਜਿਹੜੀ ਆ ਉਹ ਸਿੰਘ ਦੇ ਵੱਲ ਅੱਡੀਆਂ ਚੱਕ ਕੇ ਦੇਖਦੀ ਆ। ਉਹ ਰਾਜੇ ਦੇ ਹਾਕਮ ਦੇ ਜਿਹਨੇ ਨੌਕਰ ਸੀਗੇ ਬੜੇ ਹੈਰਾਨ, ਉਹਨੂੰ ਭੱਜ ਕੇ ਰਾਜੇ ਨੂੰ ਦੱਸਿਆ ਬਈ ਉਹ ਤਾਂ ਬੜਾ ਸੋਹਣਾ, ਉਹ ਤਾਂ ਰਾਤ ਨੂੰ ਕੁਛ ਨਹੀਂ ਹੋਇਆ, ਉਹ ਸਿੰਘ ਤਾਂ ਮਰਿਆ ਹੀ ਨਹੀਂ ਹੈ। ਫਿਰ ਦੇਖੋ ਰਾਜੇ ਨੂੰ ਬੜਾ ਗੁੱਸਾ ਆਇਆ। ਜਦੋਂ ਗੁੱਸਾ ਆਇਆ ਤਾਂ ਕਹਿੰਦੇ ਫਿਰ ਰਾਜਾ ਜਿਹੜਾ ਹੈ ਨਾ ਖੁਦ ਸੈਯਦ ਪ੍ਰਤੀਪਾਲ ਸਿੰਘ ਕਹਿੰਦੇ ਸਾਡੇ ਘਰ ਆ ਗਿਆ। ਜਦੋਂ ਕਹਿੰਦੇ ਸਾਡੇ ਘਰ ਆ ਗਿਆ, ਇੰਨੇ ਕ੍ਰੋਧ ਦੇ ਵਿੱਚ ਉਹਨੇ ਸਾਡੇ ਪਿਤਾ ਨੇ ਇਹਨੂੰ ਕਹਿ ਦਿੱਤਾ ਹੈਗਾ ਕਿ ਤੂੰ ਤਾਂ ਕਹਿੰਦਾ ਸੀਗਾ ਕਿ ਮੇਰੇ ਫਲ ਖਾਣ ਨਾਲ ਸਿੰਘ ਦੀ ਮੌਤ ਹੋ ਜਾਊਗੀ, ਤੇ ਕਹਿੰਦੇ ਉਹ ਤਾਂ ਬੜਾ ਸੋਹਣਾ ਤੁਰਿਆ ਫਿਰਦੇ, ਮੌਤ ਨਹੀਂ ਹੋਈ। ਹੁਣ ਤੂੰ ਦੱਸ ਕਿ ਤੂੰ ਦੱਸ ਕੀ ਕਰਨਾ ਹੈਗਾ, ਤੂੰ ਕਾਲ ਕੋਠੜੀ 'ਤੇ ਜਾਣਾ ਹੈਗਾ ਜਾਂ ਤੈਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰਦੇ ਆ। ਕਹਿੰਦੇ ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਸਾਡੇ ਪਿਤਾ ਜੀ ਨੇ ਰਾਜੇ ਦੇ ਬੜੇ ਤਰਲੇ ਕੀਤੇ, ਮਨ 'ਚ ਹੈਰਾਨ ਹੋ ਗਿਆ, ਕਹਿਣ ਲੱਗੇ ਕਿ ਮੇਰੀ ਜਿਹੜੀ ਕਲਾਮ ਆ ਕਦੀ ਵਿਅਰਥ ਹੀ ਨਹੀਂ ਜਾਂਦੀ, ਪਰ ਕਹਿੰਦੇ ਵੀ ਕਮਾਲ ਦੀ ਗੱਲ ਹੈ ਮੈਂ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਜਾਣੀ ਉਹ ਸਿੰਘ ਦੀ ਮੌਤ ਨਹੀਂ ਹੋਈ। ਫਿਰ ਕਹਿੰਦੇ ਸਾਡੇ ਪਿਤਾ ਜੀ ਨੇ ਰਾਜੇ ਨੂੰ ਆਖਰੀ
ਜਿਹੜਾ ਆਸ਼ਵਾਸਨ ਇਹ ਦਵਾਇਆ ਹੈਗਾ ਕਿ ਇੱਕ ਮੌਕਾ ਮੈਨੂੰ ਹੋਰ ਦੇ। ਅਗਰ ਉਹ ਜਿਹੜਾ ਸਿੰਘ ਹੈਗਾ ਰਾਤ ਤੱਕ ਜਿਹੜਾ ਹੈਗਾ ਉਹ ਨਾ ਲੁੜਕ ਗਿਆ ਤੇ ਕਹਿੰਦੇ ਰਾਜਾ ਤੂੰ ਚਾਹੇ ਮੈਨੂੰ ਮੌਤ ਦੀ ਸਜ਼ਾ ਦੇ ਦੇਈਂ, ਫਾਂਸੀ ਚਾੜ ਦੇਈਂ, ਕਾਲ ਕੋਠੀ, ਜਿਵੇਂ ਤੇਰਾ ਦਿਲ ਕਰਦਾ ਕਰ ਦੇਈਂ, ਤੇ ਕਹਿੰਦੇ ਵੀ ਮੈਨੂੰ ਇੱਕ ਮੌਕਾ ਹੋਰ ਦੇ ਦੇ। ਦੇਖੋ ਮੰਤਰੀਆਂ ਦੇ ਕਹਿਣ ਤੇ ਰਾਜੇ ਨੇ ਉਹਨੂੰ ਇੱਕ ਆਖਰੀ ਮੌਕਾ ਦਿੱਤਾ। ਤੇ ਸੈਯਦ ਪ੍ਰਿਤਪਾਲ ਸਿੰਘ ਜੀ ਕਹਿਣ ਲੱਗੇ, ਕਹਿੰਦੇ ਵੀ ਸਾਡੇ ਪਿਤਾ ਜੀ ਨੇ ਫਿਰ ਜਿਹੜਾ ਇੱਕ ਫਲ ਹੋਰ ਲਿਆ, ਆਪਣੇ ਹੱਥ ਤੇ ਰੱਖਿਆ ਤੇ ਹੱਥ ਤੇ ਰੱਖ ਕੇ 8 ਪੈਰ 24 ਘੰਟੇ ਉਹਦੇ ਤੇ ਲਗਾਤਾਰ ਖੜ ਕੇ ਜਿਹੜੇ ਸੀ ਉਹ ਮੰਤਰ ਪੜ੍ਹੇ। ਜਦ ਕਹਿੰਦੇ ਮੰਤਰ ਪੜ੍ਹੇ 24 ਘੰਟਿਆਂ ਬਾਅਦ ਸਾਡੇ ਪਿਤਾ ਜੀ ਨੇ ਜਿਹੜਾ ਸੀ ਉਹ ਫਲ ਰਾਜੇ ਨੂੰ ਫੜਾਤਾ ਤੇ ਕਹਿਣ ਲੱਗਾ ਵੀ ਇਹ ਮੇਰਾ ਆਖਰੀ ਹਥਿਆਰ ਹੈਗਾ, ਇਹਦੇ ਨਾਲ ਉਹ ਸਿੰਘ ਜਿਹੜਾ ਨਾ ਬਚ ਨਹੀਂ ਸਕਦਾ ਹੈਗਾ। ਤੇ ਰਾਜਾ ਕਹਿੰਦਾ ਅਗਰ ਬਚ ਗਿਆ ਫੇਰ ਤਾਂ ਕਹਿੰਦਾ ਵੀ ਜੇ ਮੈਂ ਤੇਰਾ ਦਿਲ ਕਰਦਾ ਮੈਂ ਤਾਂ ਕੀ ਮੇਰਾ ਭਾਵੇਂ ਪਰਿਵਾਰ ਹੀ ਤੂੰ ਸਾਰਾ ਖਤਮ ਕਰ ਦੇਂ। ਕਹਿੰਦੇ ਪਰਿਵਾਰ ਨੂੰ ਖਤਮ ਕਰਨ ਦੇ ਵਿੱਚ ਫਿਰ ਮੈਨੂੰ ਕੋਈ ਗਿਲਾ ਨਹੀਂ ਹੋਊਗਾ। ਜਦ ਇੰਨੀ ਗੱਲ ਹੋਈ ਤੇ ਕਹਿੰਦੇ ਉਹ ਰਾਜੇ ਨੇ ਫਿਰ ਤੀਜੀ ਵਾਰ ਫਿਰ ਸਿੰਘ ਨੂੰ ਦਾਵਤ ਤੇ ਸੱਦਿਆ। ਫਿਰ ਉਹ ਆਪ ਜਿਹੜਾ ਫਲ ਸੀਗਾ ਹੱਥੀਂ ਸਿੰਘ ਨੂੰ ਖੜਾਤਾ। ਹੁਣ ਸਿੰਘ ਦੇ ਮਨ 'ਚ ਨਹੀਂ ਵੀ ਰਾਜਾ ਕਰਦਾ ਕੀ ਆ ਮੇਰੇ ਦੇ ਨਾਲ। ਉਹ ਸਿੰਘ ਨੇ ਜਿਹੜੇ ਸੀ ਉਹ ਇਸੇ ਤਰ੍ਹਾਂ ਜਿਹੜਾ ਫਲ ਖਾ ਲਿਆ। ਜਦ ਫਲ ਖਾ ਲਿਆ ਰਾਜਾ ਬਿਲਕੁਲ ਨਿਸ਼ਚਿੰਤ ਹੋ ਕੇ ਜਿਹੜਾ ਸੀ ਰਾਤ ਨੂੰ ਸੌਂ ਗਿਆ। ਸਵੇਰੇ ਨੂੰ ਨੌਕਰ ਭੇਜੇ ਵੀ ਜਾ ਕੇ ਪਤਾ ਕਰੋ ਉਹ ਸਿੰਘ ਦੀ ਜਿਹੜੀ ਬੋਡੀ ਹੈਗੀ ਆ ਉਹ ਕਿੱਥੇ ਪਈ ਆ। ਤੇ ਜਦ ਕਹਿੰਦੇ ਉਹਦੇ ਜਿਹੜੇ ਨੌਕਰ ਸੀਗੇ ਜਦ ਉੱਥੇ ਗਏ ਤਾਂ ਕੀ ਦੇਖਿਆ, ਉਹ ਸਿੰਘ ਤਾਂ ਫਿਰ ਉਸੇ ਤਰ੍ਹਾਂ ਘੋੜੇ 'ਤੇ ਤੁਰਿਆ ਫਿਰਦਾ, ਉਹਨੂੰ ਤਾਂ ਕੋਈ ਅਸਰ ਹੀ ਨਹੀਂ ਹੋਇਆ। ਜਦ ਅਸਰ ਨਹੀਂ ਹੋਇਆ ਜਦ ਉਹਨਾਂ ਦੇ ਨੌਕਰਾਂ ਨੇ ਰਾਜੇ ਨੂੰ ਦੱਸਿਆ ਵੀ ਉਹ ਤਾਂ ਜਿਹੜਾ ਸਿੰਘ ਉਸੇ ਤਰ੍ਹਾਂ ਤੁਰਿਆ ਫਿਰਦਾ ਉਹ 'ਤੇ ਤਾਂ ਕੋਈ ਅਸਰ ਹੀ ਨਹੀਂ ਦੀ ਤੰਤਰ ਵਿਦਿਆ ਦਾ ਹੋਇਆ। ਰਾਜੇ ਨੂੰ ਕਹਿੰਦੇ ਫਿਰ ਇੰਨਾ ਗੁੱਸਾ ਆਇਆ, ਉਹਨੇ ਕਿਹਾ ਵੀ ਇਸ ਤਰ੍ਹਾਂ ਕਰੋ ਵੀ ਜਿਹੜਾ ਇਹ ਮੇਰਾ ਰਾਜ ਮੰਤਰੀ ਆ ਇਹਨੂੰ ਕਹਿੰਦੇ ਫੜ ਕੇ ਹੈ ਨਾ ਮੇਰੇ ਪਾਸ ਹੁਣੇ ਪੇਸ਼ ਕਰ ਦਿਓ। ਕਹਿੰਦੇ ਉਧਰ ਸਿਪਾਹੀ ਚੱਲ ਗਏ। ਜਦ ਸਿਪਾਹੀ ਚੱਲ ਗਏ ਤੇ ਪ੍ਰਿਤਪਾਲ ਸਿੰਘ ਕਹਿਣ ਲੱਗੇ, ਕਹਿੰਦੇ ਵੀ ਮੇਰੇ ਪਿਤਾ ਨੇ ਨਾ ਮੈਨੂੰ ਮੰਜੇ ਦੇ ਥੱਲੇ ਲਕੋਤਾ। ਜਦ ਕਹਿੰਦੇ ਮੈਂ ਮੰਜੇ ਥੱਲੇ ਆਪਣੇ ਲੋਗਿਆਂ ਤੇ ਕਹਿੰਦੇ ਫਿਰ ਜਦ ਸਿਪਾਹੀ ਆਏ ਜਦੋਂ ਮੈਨੂੰ ਫੜਿਆ ਤੇ ਕਹਿੰਦੇ ਮੈਨੂੰ ਪਤਾ ਸੀਗਾ ਵੀ ਰਾਜੇ ਨੇ ਮਾਰਤਾ, ਮੈਨੂੰ ਦੇਣਾ ਹੀ ਆ। ਤੇ ਕਹਿੰਦੇ ਜੀ ਮੈਨੂੰ ਰਾਜਾ ਕਹਿੰਦਾ ਵੀ ਤੂੰ ਮੈਨੂੰ ਆਪਣੀ ਆਖਰੀ ਖਾਸ਼ ਦੱਸ ਦੇ ਵੀ ਫੇਰ ਤੂੰ ਵੀ ਮੇਰੇ ਰਾਜ ਦਾ ਜਿਹੜਾ ਹੈਗਾ ਉਹ ਮੰਤਰੀ ਪਦ 'ਤੇ ਰਿਹਾ ਹੈ, ਇੰਨੇ ਸਾਲ ਹੋ ਗਏ ਆ, ਕੋਈ ਆਖਰੀ ਇੱਛਾ ਤਾਂ ਮੈਨੂੰ ਦੱਸ ਦੇ ਮੌਤ ਤੋਂ ਪਹਿਲਾਂ। ਫਿਰ ਸੈਯਦ ਪ੍ਰਿਤਪਾਲ ਸਿੰਘ ਕਹਿੰਦੇ ਸਾਡੇ ਪਿਤਾ ਜੀ ਕਹਿਣ ਲੱਗੇ ਕਿ ਮੇਰੀ ਆਖਰੀ ਇੱਛਾ ਇਹੋ ਹੀ ਆ ਕਿ ਮੈਨੂੰ ਉਹ ਸਿੰਘ ਦੇ ਦਰਸ਼ਨ ਕਰਾਓ। ਜਦ ਇੰਨੀ ਗੱਲ ਹੋਈ ਆ ਤੇ ਕਹਿੰਦੇ ਫਿਰ ਰਾਜਾ ਕਹਿੰਦਾ ਚੱਲ ਠੀਕ ਆ, ਮੈਂ ਤੈਨੂੰ ਸਿੰਘ ਦੇ ਦਰਸ਼ਨ ਕਰਾਉਂਦਾ ਵੀ ਉਹ ਕਿਹੋ ਜਿਹਾ ਹੈਗਾ। ਤੇ ਸੈਯਦ ਪ੍ਰਿਤਪਾਲ ਸਿੰਘ ਕਹਿੰਦੇ ਤੇ ਮੈਂ ਤੇ ਮੇਰੇ ਪਿਤਾ ਜੀ ਉਸ ਸਿੰਘ ਦੇ ਕੋਲ ਚੱਲ ਗਏ। ਜਦੋਂ ਕਹਿੰਦੇ ਰਾਜੇ ਨੇ ਉਸ ਸਿੰਘ ਨੂੰ ਜਿਹੜਾ ਸੀ ਆਪਣੇ ਪਾਸ ਬੁਲਾਇਆ ਤੇ ਕਹਿੰਦੇ ਅਸੀਂ ਕੀ ਦੇਖਿਆ, ਉਹ ਜਿਹੜਾ ਸਿੰਘ ਸੀਗਾ ਜਿਉਂ ਹੀ ਅਸੀਂ ਦਰਸ਼ਨ ਕੀਤੇ ਉਹਦਾ ਰੂਪ ਇੰਨਾ ਸੁਹਾਵਣਾ ਸੀ, ਚਿਹਰੇ ਦੀ ਲਾਲੀ ਜਿਹੜੀ ਸੀ ਕਹਿੰਦੇ ਇਸ ਤਰ੍ਹਾਂ ਜਿਹੜੀ ਸੀ ਭੱਕ ਭੱਕ ਕਰ ਰਹੀ ਸੀ ਜਿਵੇਂ ਆਪਣਾ ਜਿਹੜਾ ਸੂਰਜ ਹੈਗਾ ਹੈ ਨਾ ਉਹ ਪੂਰਬ ਦੇ ਵੱਲੋਂ ਚੜ੍ਹ ਰਿਹਾ ਹੁੰਦਾ ਹੈਗਾ। ਕਹਿੰਦੇ ਉਹਦੀ ਸੁੰਦਰਤਾ ਦੇਖ ਕੇ ਸੈਯਦ ਪ੍ਰਿਤਪਾਲ ਸਿੰਘ ਕਹਿੰਦੇ ਮੈਂ ਦੰਗ ਰਹਿ ਗਿਆ। ਉਹਦਾ ਸਰੀਰ ਏਡਾ ਉੱਚਾ ਲੰਮਾ ਜਵਾਨ ਤੇ ਸਡੌਲ ਦੇਖ ਕੇ ਕਹਿੰਦੇ ਮੇਰੇ ਪਿਤਾ ਜੀ ਉਹਦੇ ਵੱਲ ਦੇਖਦੇ ਹੀ ਰਹਿ ਗਏ। ਦੇਖਦੇ ਕਹਿੰਦੇ ਮੇਰੇ ਪਿਤਾ ਜੀ ਨੇ ਕੀ ਦੇਖਿਆ ਕਿ ਉਹਦੇ ਜਿਹੜੇ ਸਿੰਘ ਦੇ ਨਾ ਬੁੱਲ ਫਰਕ ਰਹੇ ਆ। ਜਦ ਕਹਿੰਦੇ ਮੇਰੇ ਪਿਤਾ ਜੀ ਨੇ ਉਹਦੇ ਬੁੱਲ ਫਰਕਦੇ ਦੇਖੇ ਤੇ ਕਹਿੰਦੇ ਉਹਨੂੰ ਪੁੱਛਿਆ ਹੈਗਾ ਵੀ ਤੇਰੇ ਬੁੱਲ ਕਿਉਂ ਫਰਕ ਰਹੇ ਆ। ਫਿਰ ਕਹਿੰਦੇ ਸਿੰਘ ਨੇ ਮੁਸਕਰਾਉਂਦੇ ਨੇ ਕਿਹਾ ਕਿ ਮੇਰੇ ਬੁੱਲ ਨਹੀਂ ਫਰਕ ਰਿਹਾ, ਮੈਂ ਆਪਣੀ ਜਿਹੜੀ ਮੇਰੇ ਗੁਰੂ ਦੀ ਦਿੱਤੀ ਹੋਈ ਕਲਾਮ ਹੈਗੀ, ਸ਼ਬਦ ਹੈਗਾ, ਮੈਂ ਉਹਦਾ ਜਾਪ ਕਰ ਰਿਹਾ ਹੈਗਾ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਕਹਿੰਦੇ ਵੀ ਉਹ ਤਾਂਤਰਿਕ ਸੀਗਾ। ਕਹਿੰਦੇ ਉਹਨੂੰ ਕਹਿਣ ਲੱਗਾ ਕਿ ਇਹੋ ਤੇਰੇ ਗੁਰੂ ਦੀ ਕਿਹੜੀ ਕਲਾਮ ਹੈ, ਕਿਹੜਾ ਤੇਰਾ ਗੁਰੂ ਹੈ ਜਿਹਨੇ ਤੈਨੂੰ ਐਡੀ ਭਾਰੀ ਕਲਾਮ ਦੇਤੀ ਕਿ ਜਿਹਦੇ ਤੇ ਮੇਰੀ ਜਿਹੜੀ ਤਾਂਤਰਿਕ ਵਿਦਿਆ ਹੈਗੀ ਆ ਉਹ ਰਤਾ ਵੀ ਅਸਰ ਨਹੀਂ ਕਰਦੀ ਤੇ ਮੇਰੀ ਸਾਰੀ ਉਮਰ ਦੀ ਜਿਹੜੀ ਮਿਹਨਤ ਹੈਗੀ ਸਾਰੀ ਬੇਕਾਰ ਗਈ, ਸਾਰੀ ਫੇਲ ਹੋ ਗਈ। ਫਿਰ ਕਹਿੰਦੇ ਉਹ ਸਿੰਘ ਨੇ ਦੱਸਿਆ ਵੀ ਇਹ ਜਿਹੜੀ ਵਿਦਿਆ ਹੈਗੀ ਆ ਜਾਂ ਸ਼ਬਦ ਹੈਗਾ ਇਹ ਮੇਰੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੈ। ਤੇ ਫਿਰ ਕਹਿੰਦੇ ਸਿੰਘ ਨੇ ਜਿਹੜਾ ਸੀਗਾ ਉਹ ਜਦ ਕਹਿੰਦੇ ਸੈਯਦ ਪ੍ਰਿਤਪਾਲ ਸਿੰਘ ਕਹਿੰਦੇ ਸਾਡੇ ਪਿਤਾ ਦੇ ਕਹਿਣ ਦੇ ਉੱਤੇ ਰਾਜੇ ਦੇ ਸਾਹਮਣੇ ਕਹਿੰਦੇ ਉਹ ਮੂਲ ਮੰਤਰ ਦਾ ਜਦ ਪਾਠ ਸੁਣਾਇਆ ਕਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਹਿੰਦੇ ਸੁਣਦੇ ਸਾਰੀ ਸੈਯਦ ਪ੍ਰਿਤਪਾਲ ਸਿੰਘ ਕਹਿੰਦੇ ਮੇਰੇ ਪਿਤਾ ਜੀ ਦੀ ਅੱਖਾਂ 'ਚ ਜਿਹੜੇ ਸੀਗੇ ਕਹਿੰਦੇ ਹੰਝੂ ਆ ਗਏ। ਤੇ ਜਦ ਕਹਿੰਦੇ ਹੰਝੂ ਆ ਗਏ ਤਾਂ ਕਹਿੰਦੇ ਵੀ ਉਹਨੇ ਸਾਰੀ ਜਿਹੜੀ ਕਹਾਣੀ ਸੀ ਮੇਰੇ ਪਿਤਾ ਜੀ ਨੇ ਉਸ ਸਿੰਘ ਦੇ ਮੂਹਰੇ ਕਰ ਦਿੱਤੀ ਕਿ ਕਿਵੇਂ ਤੈਨੂੰ ਮਾਰਨ ਵਾਸਤੇ ਮੈਂ 3 ਫਲ ਮੰਤਰ ਕੇ ਦਿੱਤੇ ਸੀ ਪਰ ਮੇਰੇ ਤਿੰਨੇ ਦੇ ਤਿੰਨੇ ਜਿਹੜੇ ਇਹ ਬਾਹਰ ਸੀਗੇ ਇਹ ਸਾਰੇ ਕਹਿੰਦੇ ਤੇਰੀ ਇਸ ਮੂਲ ਮੰਤਰ ਦੀ ਸ਼ਕਤੀ ਦੇ ਕਰਕੇ ਕਹਿੰਦੇ ਸਾਰੇ ਹੀ ਫੇਲ ਹੋ ਗਏ। ਜਦ ਫੇਲ ਹੋ ਗਏ ਤਾਂ ਕਹਿੰਦੇ ਉਹ ਸਿੰਘ ਚੁੱਪ ਕਰ ਗਿਆ। ਉਹ ਕਹਿਣ ਲੱਗਾ ਕਿ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈ ਕਿ ਤੁਸੀਂ ਮੇਰੇ ਨਾਲ ਕੀ ਕਰਦੇ ਆ, ਮੈਂ ਤਾਂ ਸਧਾਰਨ ਤੌਰ ਦੇ ਉੱਤੇ ਜਿਹੜਾ ਮੂਲ ਮੰਤਰ ਦਾ ਪਾਠ ਆਪਣੀ ਰਸਨਾ ਦੇ ਉੱਤੇ ਸਦਾ ਕਰਦਾ ਰਹਿੰਦਾ ਹੈਗਾ। ਫਿਰ ਕਹਿੰਦੇ ਜਦ ਇੰਨੀ ਗੱਲ ਹੋਈ ਤਾਂ ਸੈਯਦ ਪ੍ਰਿਤਪਾਲ ਸਿੰਘ ਜੀ ਕਹਿਣ ਲੱਗੇ ਕਹਿੰਦੇ ਵੀ ਮੇਰੇ ਮਨ ਦੇ ਵਿੱਚ ਫਿਰ ਇਹ ਆਇਆ
ਕਿ ਜੇ ਇਸ ਗੁਰੂ ਦੀ ਸ਼ਬਦ ਬਾਣੀ ਏਡੀ ਤਾਕਤਵਰ ਹੈਗੀ ਆ ਤੇ ਸਾਡੀਆਂ ਜਿਹੜੀਆਂ ਕਲਾਮਾਂ ਮੇਰੇ ਪਿਤਾ ਜੀ ਦੀ ਸਾਰੀ ਉਮਰ ਮਿਹਨਤ ਵਿੱਚ ਕੀਤੀਆਂ ਸਾਰੀਆਂ ਫੇਲ ਹੈ, ਤੇ ਫਿਰ ਕਹਿੰਦੇ ਅਸੀਂ ਇਹ ਦੁਨੀਆ ਕੀ ਕਰਨੀ ਹੈਗੀ ਆ। ਤੇ ਕਹਿੰਦੇ ਅਸੀਂ ਕੀ ਕੀਤਾ, ਅਸੀਂ ਉਹ ਇਹ ਜਿਹੜਾ ਵਚਨ ਕਰ ਲਿਆ ਕਿ ਅਗਲਾ ਜਨਮ ਸਾਨੂੰ ਜਿਹੜਾ ਹੈ ਨਾ ਉਹ ਸਿੱਖਾਂ ਦੇ ਘਰ ਦੇ ਵਿੱਚ ਮਿਲੇ। ਪਰ ਕਹਿੰਦੇ ਜਦੋਂ ਇਹ ਗੱਲ ਹੋਈ ਸੀ ਤੇ ਕਹਿੰਦੇ ਫਿਰ ਰਾਜਾ ਜਿਹੜਾ ਸੀਗਾ ਉਹਨੇ ਵੀ ਜਦ ਮੂਲ ਮੰਤਰ ਦੀ ਜਿਹੜੀ ਬਾਣੀ ਸਿੰਘ ਦੇ ਕੋਲੋਂ ਸੁਣੀ ਆ ਤੇ ਉਹਦਾ ਵੀ ਜਿਹੜਾ ਵੈਰ ਭਾਵ ਸੀ ਸਿੰਘ ਨੂੰ ਖਤਮ ਕਰਨ ਦਾ, ਕਹਿੰਦੇ ਉਹ ਅੰਦਰੋਂ ਜਿਹੜਾ ਸੀਗਾ ਉਹ ਹਵਾ ਵਾਂਗੂ ਉੜ ਗਿਆ। ਤੇ ਰਾਜਾ ਵੀ ਜਿਹੜਾ ਸੀ ਕਹਿੰਦੇ ਉਹ ਸਿੰਘ ਦੇ ਜਿਹੜੀ ਸੀ ਉਹ ਪੈਰਾਂ ਨੂੰ ਜਿਹੜਾ ਸੀਗਾ ਉਹ ਪੈ ਗਿਆ ਸੀਗਾ ਕਿ ਮੈਨੂੰ ਮਾफ़ ਕਰ ਦੇ ਕਿ ਮੈਂ ਤੇਰੀ ਇਸ ਤਾਕਤ ਸ਼ਕਤੀ ਨੂੰ ਜਾਣ ਨਹੀਂ ਸਕਿਆ, ਕਿਉਂਕਿ ਤੇਰਾ ਕੋਈ ਕਸੂਰ ਨਹੀਂ ਸੀ, ਕਸੂਰ ਮੇਰਾ ਹੀ ਆ ਕਿ ਮੈਂ ਤੇਰੀ ਜਿਹੜੀ ਵਡਿਆਈ ਆ ਨਾ ਇਸ ਦੁਨੀਆ ਦੇ ਵਿੱਚ ਆਪਣੇ ਰਾਜ ਦੇ ਵਿੱਚ ਸਹਿਣ ਨਹੀਂ ਕਰ ਸਕਿਆ। ਪਰ ਅੱਜ ਮੈਨੂੰ ਪਤਾ ਲੱਗਾ ਕਿ ਤੇਰੇ ਵਰਗੇ ਗੁਰੂ ਨਾਨਕ ਦੇ ਸਿੱਖ ਮੇਰੇ ਰਾਜ ਦੇ ਵਿੱਚ ਹੋਣ ਤਾਂ ਮੇਰੇ ਰਾਜ ਨੂੰ ਕੋਈ ਖਤਰਾ ਨਹੀਂ। ਫਿਰ ਸੈਯਦ ਪ੍ਰਿਤਪਾਲ ਸਿੰਘ ਜੀ ਕਹਿੰਦੇ ਸੀ ਕਿ ਇਸ ਘਟਨਾ ਤੋਂ ਬਾਅਦ ਅਸੀਂ ਉਸ ਸਿੰਘ ਨੂੰ ਕਹਿਤਾ ਹੈਗਾ ਕਿ ਅਸੀਂ ਹੈ ਨਾ ਹੁਣ ਆਪਣਾ ਜਿਹੜਾ ਮੁਸਲਮਾਨੀ ਮਤ ਹੈ ਇਸ ਨੂੰ ਤਜਾਂਦਲੀ ਦੇ ਕੇ ਕਹਿੰਦੇ ਅਸੀਂ ਹੈ ਨਾ ਅੰਮ੍ਰਿਤ ਛਕ ਕੇ ਸਿੰਘ ਬਣਨਾ ਹੈਗਾ। ਫਿਰ ਕਹਿੰਦੇ ਵੀ ਅਸੀਂ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ, ਪਰ ਕਿਉਂਕਿ ਅਸੀਂ ਮੁਸਲਮਾਨ ਸੀਗੇ ਇਸ ਕਰਕੇ ਇਹ ਜਿਹੜੀ ਮੁਸਲਮਾਨ ਯਾਨੀ ਪਰਿਵਾਰ ਦੀ ਜੋ ਪਿੱਛੋਂ ਕੁੱਲ ਤੋਂ ਚੱਲੀ ਰੀਤ ਹੈਗੀ ਆ ਕਿ ਇਹ ਵੀ ਸਾਡੇ ਨਾਲ ਚੱਲਦੀ ਰਹੇ। ਇਸ ਕਰਕੇ ਜਿੱਥੇ ਪੰਜਾਂ ਪਿਆਰਿਆਂ ਨੇ ਮੇਰਾ ਜਿਹੜਾ ਨਾਂ ਜਿਹੜਾ ਸੀਗਾ ਉਹ ਪ੍ਰਿਤਪਾਲ ਸਿੰਘ ਰੱਖਿਆ, ਤੇ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਕਿ ਸਾਡੀ ਕੁੱਲ ਦੀ ਰੀਤ ਹੈਗੀ ਅਸੀਂ ਮੁਸਲਮਾਨ ਹੈ, ਤਾਂ ਜੋ ਸਾਡੀ ਨਿਸ਼ਾਨ ਜਿਹੜੀ ਹੈ ਨਾ ਦੇਹੀ ਇਹ ਚੱਲਦੀ ਰਹੇ। ਫਿਰ ਕਹਿੰਦੇ ਵੀ ਅਸੀਂ ਪੰਜਾਂ ਪਿਆਰਿਆਂ ਨੇ ਜਿੱਥੇ ਪ੍ਰਿਤਪਾਲ ਸਿੰਘ ਜਿਹੜਾ ਸੀ ਉਹ ਨਾਂ ਮੇਰਾ ਰੱਖਿਆ ਸੀ, ਉਹਦੇ ਮੂਹਰੇ ਸੈਯਦ ਜਿਹੜਾ ਸੀ ਜੋੜ ਦਿੱਤਾ ਸੀ ਕਿ ਸੈਯਦ ਪ੍ਰਿਤਪਾਲ ਸਿੰਘ। ਭਾਵ ਕਿ ਇੱਕ ਮੁਸਲਮਾਨ ਪਰਿਵਾਰ ਜਿਹੜਾ ਹੈ ਨਾ ਕਿਵੇਂ ਮੂਲ ਮੰਤਰ ਦੀ ਤਾਕਤ ਦੀ ਸ਼ਕਤੀ ਦੇ ਅੱਗੇ ਜਿਹੜਾ ਸੀਗਾ ਉਹ ਨਮਸਕਾਰ ਹੋ ਗਿਆ ਸੀਗਾ, ਸਮਰਪਣ ਹੋ ਗਿਆ ਸੀਗਾ, ਤੇ ਉਹ ਅੰਮ੍ਰਿਤ ਛਕ ਕੇ ਸਿੰਘ ਬਣਿਆ ਸੀ। ਸੋ ਐਸੀ ਹੈ ਮੂਲ ਮੰਤਰ ਦੀ ਤਾਕਤ, ਇਸ ਦਾ ਜਾਪ ਕਰਨ ਦੀ ਸ਼ਕਤੀ। ਜਿਹੜੇ ਗੁਰਸਿੱਖ ਜਿਹੜੇ ਹੈ ਨਾ ਮੂਲ ਮੰਤਰ ਦਾ ਜਾਪ ਆਪਣੀ ਰਸਨਾ 'ਤੇ ਕਰਦੇ ਆ ਤੇ ਫਿਰ ਉਹਨਾਂ ਦੀ ਸ਼ਕਤੀ ਤਾਕਤ ਇੰਨੀ ਵੱਧ ਜਾਂਦੀ ਹੈ ਕਿ ਅਗਰ ਤੁਸੀਂ ਕੋਈ ਅੱਖਰਾਂ 'ਚ ਲਿਖਣੀ ਚਾਹੇ, ਦੱਸਣੀ ਚਾਹੇ, ਜਿਉਂ ਕਹਿ ਲਓ ਕਿ ਦੱਸਣ ਤੇ ਸੁਣਨ ਤੋਂ ਵਾਰੀ ਹੈ, ਸਾਡੀ ਕਲਪਨਾ ਵਿੱਚ ਨਹੀਂ ਆ ਸਕਦੀ। ਕਿਉਂ ਮੂਲ ਦਾ ਮਤਲਬ ਹੀ ਹੈ ਮੁੰਡ ਮੰਤਰ, ਮੂਲ ਮੰਤਰ ਮੁੰਡ ਮੰਤਰ, ਮੁੰਡ ਪਰਮੇਸ਼ਰ ਨਾਲ ਜੁੜਿਆ ਹੋਇਆ, ਕਿਉਂਕਿ ਆਪ ਹੀ ਨਿਰੰਕਾਰ ਦੇ ਜਿਹੜੇ ਸੁਭਾਵਿਕ ਗੁਣ ਆ ਇਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਜਿਹੜੇ ਹੈਗੇ ਉਹ ਖੋਲ ਕੇ ਪੂਰੇ ਸੰਸਾਰ ਦੇ ਵਾਸਤੇ ਰੱਖ ਦਿੱਤੇ ਆ। ਸੋ ਮੂਲ ਮੰਤਰ ਦੀ ਤਾਕਤ ਸ਼ਕਤੀ ਐਸੀ ਹੈ ਕਿ ਜਿਹਦੇ ਅੱਗੇ ਕੋਈ ਵੀ ਜਿਹੜਾ ਮੰਤਰ ਵਾ ਨਾ ਉਹ ਚੱਲ ਨਹੀਂ ਸਕਦਾ। ਇਸੇ ਕਰਕੇ ਇਹ ਜਿਹੜਾ ਮੰਤਰ ਹੈ ਨਾ ਇਹ ਸਭ ਤੋਂ ਵੱਡਾ ਮੰਤਰ ਹੈ। ਇਹਨੂੰ ਨਿਰੋਧਕ ਮੰਤਰ ਵੀ ਆਖ ਦਿੰਦੇ ਆ। ਭਾਵ ਕੀ ਹੈ, ਜਿਹਦਾ ਤੋੜ ਕੋਈ ਨਹੀਂ ਹੈ। ਸੋ ਗੁਰਸਿੱਖ ਪਿਆਰਿਓ, ਕੋਸ਼ਿਸ਼ ਕਰੀਏ ਕਿ ਜਿੰਨੀਆਂ ਵੀ ਮਾਲਾ ਮੂਲ ਮੰਤਰ ਦੀਆਂ ਅਸੀਂ ਕਰ ਸਕਦੇ ਹਾਂ ਸਾਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਕਰਨੀਆਂ ਚਾਹੀਦੀਆਂ, ਤਾਂ ਜੋ ਸਾਡਾ ਲੋਕ ਤੇ ਪਰਲੋਕ ਦੋਨੇ ਸੇਲੇ ਹੋ ਸਕੇ। ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।